निर्मल रसना अमृत पिया। अपना नाम देहो गुण गावन रात नानक कहो वाली फुलालन ज्ञान के दशमें गुणा के फुलार मेहरमत के संग सतगुरु दुगो जोग्या कल धन धन श्री गुरु ग्रंथ साहिब जी मुकदस पवित्र गुरी अंदर सज करके तुरती बाणी के कीर्तन का आनंद आपने गुरुखां की रचना को मानिया है। चल रही अमृत बाणी की लड़ीवार कथा देता है। पावन शब्द को अपने कल मुढ़लियां पंक्तियां एक पद में विचारिया है। रहते हुए पावन शब्द की विचार कर सकिए अपनी शीश बख्शो। कोई रचना विरवी न रहे वादी न रहे भावना प्यार शरदा के सत्कार के घर विच आओ अदब सैद गुरु बख्शी फतेह बुलावो जी। वाहिगुरु जी का खालसा वाहिगुरू जी की फतेह। ਸਾਹਿਬ ਜੀ ਦੇ ਪਾਵਨ ਵਚਨਾਂ ਨਾਲ ਜੁੜੇ ਸਾਂ। ਭਈ ਕਿਰਪਾਲ ਸੁਆਮੀ ਮੇਰੇ ਦਿਲ ਸਾਚਾ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਣ ਪਈ ਸੰਸਾਰ। ਆਪਣੇ ਜੀ ਜੰਤ ਆਪੇ ਰੱਖੇ ਜਮਹੇ ਕੀਓ ਹਟਤਾਰ। ਇਹ ਤੋਂ ਤੱਕ ਸਮਝਿਆ ਸੀ ਬਲਦੇ ਹੋਏ ਤਪਦੇ ਹੋਏ ਸੰਸਾਰ ਵਿੱਚ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖਤਾ ਵੱਲ ਜਦੋਂ ਝਾਤੀ ਮਾਰਦੇ ਨੇ ਨਾ ਕਿ ਉਹਨਾਂ ਦੇ ਬਚਨ ਆਪਾਂ ਪੜ੍ਹਨੇ ਨੂੰ ਬੇਨਤੀ ਕਰਦੇ ਨੇ। ਜਗਤ ਜਲੰਦਾ ਰੱਖ ਲੈ ਤੇ ਰੱਖਿਆ ਕਿੱਦਾਂ ਜਾ ਸਕਦਾ ਆਪਣੀ ਕਿਰਪਾ ਦਾ ਆਪ ਬਖਸ਼ਿਸ਼ ਕਰਕੇ ਆਪ ਮਿਹਰਮਤ ਕਰਕੇ ਇਸ ਜਗਤ ਜਲੰਦੇ ਅੰਦਰ ਰੱਖਿਆ ਕਰੋ। ਬੜੇ ਖਿਆਲ ਨਾਲ ਸਮਝਣਾ। ਔਰ ਆਪ ਦੇ ਬਚਨ ਨੇ ਹਰ ਕੇ ਚਰਨ ਹਿਰਦੈ ਔਰ ਧਾਰ ਇਹ ਰੱਖਿਆ ਕਿਹਦੀ ਹੁੰਦੀ ਹੈ ਬਚ ਕੌਣ ਸਕਦਾ ਹੈ। ਤਪਦੇ ਹੋਏ ਸੰਸਾਰ ਵਿੱਚ ਸੀਤਲ ਕੌਣ ਰਹਿ ਸਕਦਾ ਹੈ। ਵਿਕਾਰਾਂ ਵਿੱਚੋਂ ਪਿਆਰ ਕੌਣ ਲੱਭ ਸਕਦਾ ਹੈ। ਸੰਸਾਰ ਵਿੱਚੋਂ ਨਿਰੰਕਾਰ ਨੂੰ ਕੌਣ ਮਿਲ ਸਕਦਾ ਹੈ। ਸਾਹਿਬ ਦੇ ਅੰਮ੍ਰਿਤ ਬਚਨ ਨੇ ਹਰ ਕੇ ਚਰਨ ਹਿਰਦੈ ਔਰ ਧਾਰ ਜਿਹੜੇ ਪ੍ਰਭੂ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਨੇ ਕਿ ਬਖਸ਼ਿਸ਼ ਪ੍ਰਭੂ ਦੀ ਕਰਦੇ ਨੇ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖ ਕਿਲ ਵਿੱਚ ਕਾਟਣਹਾਰ। ਜਿਹੜਾ ਐਸਾ ਪ੍ਰਭੂ ਮਾਲਕ ਪਰਮਾਤਮਾ ਹੈ ਨਾ ਜਿਹੜਾ ਉਹਦਾ ਨਾਮ ਹੈ ਉਹ ਦੁੱਖਾਂ ਨੂੰ ਪਾਪਾਂ ਨੂੰ ਕੱਟਣਹਾਰ ਹੈ। ਕੱਲ ਸਮਝਿਆ ਸੀ ਰਾਹੁਲੀਆਂ ਪੰਕਤੀਆਂ ਦੇ ਪ੍ਰਥਾਏ ਜਦੋਂ ਪਾਪ ਖਤਮ ਹੋ ਜਾਣਗੇ ਦੁੱਖ ਆਪਣੇ ਆਪ ਖਤਮ ਹੋ ਜਾਣਗੇ। ਜਦੋਂ ਬੀਜ ਖਤਮ ਹੋ ਜਾਏਗਾ ਫਿਰ ਫਲ ਆਪਣੇ ਆਪ ਖਤਮ ਹੋ ਜਾਏਗਾ। ਕਿ ਉਹ ਮਾਲਕ ਪਰਮਾਤਮਾ ਫਿਰ ਕੀ ਹੈ ਸਮਝਿਓ ਜੀ ਦੁੱਖ ਕੱਟਣਹਾਰ ਹੈ ਤੇ ਸਹਿਬ ਕਿਰਪਾ ਕਰਦੇ ਨੇ ਰਹਾਉ ਤੋਂ ਅੱਗੇ। ਉਹ ਜਿਹੜਾ ਮਾਲਕ ਪਰਮਾਤਮਾ ਹੈ ਨਾ ਉਹ ਅਸਲ ਵਿੱਚ ਉਹ ਹਸਤੀ ਹੈ ਜਿਹੜਾ ਸੁੱਖਾਂ ਦਾ ਸਾਗਰ ਹੈ। ਹੁਣ ਆਪਾਂ ਵੇਖਦੇ ਹਾਂ ਆਪਾਂ ਸੌਖਾ ਨਾਮ ਵੈਸੇ ਰੱਖ ਲਿਆ ਵੀ ਸਾਗਰ। ਸਾਗਰ ਦਾ ਅਸਲੀ ਅਰਥ ਹੈ ਉਹ ਥਾਂ ਜਿਹਦੇ ਵਿੱਚ ਕੋਈ ਚੀਜ਼ ਇੰਨੀ ਬਹੁਤਾਤ ਵਿੱਚ ਹੈ ਉਹਦੀ ਗਿਣਤੀ ਕੋਈ ਨਹੀਂ। ਹੁਣ ਪਾਣੀ ਦਾ ਸਾਗਰ ਹੈ ਸਮੁੰਦਰ ਹੈ ਉਹਦੇ ਵਿੱਚ ਪਾਣੀਓਂ ਭਰਿਆ ਹੋਇਆ ਕੇਵਲ। ਵੱਖਰੀ ਗੱਲ ਉਹਦੀ ਡੂੰਘਾਈ ਵਿੱਚ ਬੜੇ ਹੀਰੇ ਮੋਤੀ ਨੇ ਪਰ ਉਹਦੇ ਵਿੱਚ ਲਬਾ ਲਬ ਭਰਿਆ ਹੋਇਆ ਪਾਣੀ ਹੈ ਉਹ ਪਾਣੀ ਦਾ ਸਾਗਰ ਹੈ। ਤੇ ਜਿਹੜਾ ਪ੍ਰਭੂ ਪਰਮਾਤਮਾ ਤੇ ਪ੍ਰਭੂ ਦਾ ਨਾਮ ਹੈ ਨਾ ਸਾਹਿਬ ਨੇ ਤਾਂ ਬਾਣੀ ਤੋਂ ਨਾਮ ਦਿੱਤਾ ਸੁੱਖ ਸਾਗਰ। ਉਹਦੇ ਅੰਦਰ ਸੁੱਖ ਹੀ ਸੁੱਖ ਨੇ ਕਿਉਂਕਿ ਉਹਦੀ ਦੁਨੀਆ ਵਿੱਚ ਪਾਪ ਨਹੀਂ। ਜਿੱਥੇ ਪਾਪ ਨਹੀਂ ਉੱਥੇ ਦੁੱਖ ਨਹੀਂ। ਸਾਹਿਬ ਰਾਹੋਂ ਤੋਂ ਅੱਗੇ ਬਖਸ਼ਿਸ਼ ਕਰਦੇ ਨੇ
ਤਿਸ ਕੀ ਸਰਣੀ ਉਪਰੈ ਭਾਈ, ਜਿਨ ਰਖਿਆ ਸਭ ਕੋਏ। ਸਾਹਿਬ ਕਹਿੰਦੇ ਉਸ ਦੀ ਸ਼ਰਨ ਪਈਏ ਜਿਹਨੇ ਸਾਰਾ ਕੁਝ ਬਣਾਇਆ ਤੇ ਪੈਦਾ ਕੀਤਾ ਹੈ। ਹੁਣ ਥੋੜ੍ਹੀ ਜਿਹੀ ਬੇਨਤੀ ਪਹਿਲਾਂ ਤੁਹਾਡੇ ਚਰਨਾਂ ਵਿੱਚ, ਦੋ ਪੱਖ ਨੇ। ਜੇ ਤਾਂ ਅਸੀਂ ਮਾਲਕ ਪਰਮਾਤਮਾ ਨੂੰ ਕਰਨ ਕਾਰਨ ਮੰਨੀਏ ਤੇ ਫਿਰ ਸਾਨੂੰ ਸਮਝ ਆ ਜਾਏ ਕਿ ਅਸੀਂ ਕੀ ਹਾਂ, ਕੁਝ ਵੀ ਨਹੀਂ। ਪਰ ਜਦੋਂ ਬੰਦਾ ਆਪਣੇ ਆਪ ਨੂੰ ਕੁਝ ਮੰਨਦਾ ਹੈ ਨਾ, ਤੁਸੀਂ ਵੇਖੋ, ਮੈਂ ਗੁਸਤਾਖੀ ਦੀ ਮਾਫੀ ਮੰਗ ਕੇ ਤੁਹਾਨੂੰ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਰੱਖਣ ਲੱਗਾ। ਅੱਜ ਦੋ ਗੱਲਾਂ ਹੋ ਰਹੀਆਂ ਨੇ। ਪਹਿਲੀ ਗੱਲ, ਬੰਦਾ ਕਹਿੰਦਾ ਅਰਦਾਸ ਨਾਲ ਕੀ ਹੋ ਜਾਏ। ਕਿਉਂ? ਅੱਗੇ ਅਰਦਾਸ ਕਰਕੇ ਵੀ ਇਹ ਕੰਮ ਆਪ ਹੀ ਕਰਨਾ ਪੈਂਦਾ। ਪਰ ਯਾਦ ਰੱਖਿਓ, ਤੁਸੀਂ ਦੁਨੀਆ 'ਚ ਬਹੁਤ ਲੋਕ ਐਸੇ ਵੇਖ ਸਕਦੇ ਹੋ ਜਿਨ੍ਹਾਂ ਕੋਲ ਕੰਮ ਕਰਨ ਦੀ ਸਮਰੱਥਾ ਵੀ ਨਹੀਂ ਹੁੰਦੀ। ਇਸ ਲਈ ਜਿਹੜਾ ਸਰੀਰ ਦਿੱਤਾ, ਜਿਹੜੀ ਕੰਮ ਕਰਨ ਦੀ ਸਮਰੱਥਾ ਦਿੱਤੀ ਹੈ, ਜਿਹੜਾ ਉਦਮ ਦਿੱਤਾ ਹੈ, ਜਿਹੜੀ ਸਮਝ ਦਿੱਤੀ ਹੈ, ਉਹਦੀ ਦਾਤ ਹੈ। ਤਿਸ ਕੀ ਸਰਣੀ ਉਭਰੈ ਭਾਈ, ਜਿਨ ਰਖਿਆ ਸਭ ਕੋਏ। ਉਹਦੀ ਸ਼ਰਨ ਪੈ ਕੇ ਉੱਭਰ ਸਕਦੇ ਆ, ਬਚ ਸਕਦੇ। ਕੌਣ? ਜਿਨ ਰਖਿਆ ਸਭ ਕੋਏ, ਜਿਹਨੇ ਸਭ ਕੁਝ ਰਚਿਆ ਹੈ। ਹੁਣ ਜੇ ਆਪਾਂ ਉਦਮ ਦੀ ਗੱਲ ਕਰਾਂਗੇ ਨਾ, ਆਪਣੇ ਆਪ ਕੁਝ ਕਰਨ ਦੀ ਗੱਲ ਕਰਾਂਗੇ, ਇੱਕ ਬੇਨਤੀ ਦਾ ਜਵਾਬ ਆਪਣੇ ਅੰਦਰੋਂ ਲੱਭੇ। ਸਾਡੇ ਵਰਗਾ ਹੀ ਸਰੀਰ ਹੁੰਦਾ ਉਸ ਮਨੁੱਖ ਦਾ ਜਿਹਨੂੰ ਆਪਾਂ ਅੱਜ ਦੀ ਦੁਨੀਆ 'ਚ ਮੈਂਟਲ ਕਹਿੰਦੇ ਹਾਂ, ਜਿਹਨੂੰ ਪਾਗਲ ਕਹਿੰਦੇ ਹਾਂ, ਜਿਹਨੂੰ ਕਮਲਾ ਕਹਿੰਦੇ ਹਾਂ, ਜਿਹਨੂੰ ਦੀਵਾਨਾ ਕਹਿੰਦੇ ਹਾਂ। ਜਿਹੋ ਜਿਹਾ ਸਾਡਾ ਸਰੀਰ, ਉਹ ਜੇ ਉਹਦਾ ਸਰੀਰ ਹੈ। ਜਿੰਨਾ ਸਾਡੇ ਕੋਲੇ ਬਲ ਹੈ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਤੁਸੀਂ ਦੁਨੀਆ 'ਚ ਤਜਰਬਾ ਕਰ ਲਿਓ, ਜਿਹੜਾ ਵਿਅਕਤੀ ਪਾਗਲ ਹੋਵੇਗਾ ਨਾ, ਉਹਦੇ 'ਚ 5 ਬੰਦਿਆਂ ਜਿੰਨਾ ਘੱਟੋ ਘੱਟ ਬਲ ਹੁੰਦਾ। ਕਾਰਨ ਕੀ? ਭਲਾ ਸੁਣਿਆ ਕਦੇ? ਇੱਕ ਗੱਡੀ ਨੂੰ ਡਰਾਈਵਰ ਚਲਾਉਂਦਾ, ਸੁਣਿਆ ਕਿ ਡਰਾਈਵਰ ਨੂੰ ਪਤਾ ਵੀ ਨਹੀਂ 80 ਤੇ 90 ਤੇ 100 ਤੇ ਜਾਣਾ ਹੈ, ਤੇ ਕੋਈ ਖਤਰਾ ਭਾਪਦਾ ਤੇ ਉਹ ਬ੍ਰੇਕ ਲਗਾ ਲੈਂਦਾ। ਉਹ ਕੰਟਰੋਲ ਚੱਲ ਰਹੀ ਹੈ ਨਾ, ਦਿਮਾਗ ਡਰਾਈਵਰ ਹੈ। ਜਦੋਂ ਡਰਾਈਵਰ ਹੀ ਜਿਸ ਗੱਡੀ ਦਾ ਖੁਦ ਸਜਾਏ, ਕੋਈ ਗੱਡੀ ਚਲਾ ਰਿਹਾ ਤੇ ਡਰਾਈਵਰ ਹੀ ਆਪਣਾ ਕੰਟਰੋਲ ਖੋ ਦੇਵੇ, ਤੇ ਉਹ ਗੱਡੀ 200 ਤੇ ਵੀ ਜਾ ਸਕਦੀ ਹੈ। ਇੱਦਾਂ ਸਰੀਰ ਰੂਪੀ ਗੱਡੀ ਦਾ ਡਰਾਈਵਰ ਦਿਮਾਗ ਸਮਝੇ ਕਿ ਉਹਦੀ ਦਾਤ ਹੈ ਨਾ। ਸਾਹਿਬ ਨੇ ਕਿਹਾ ਜਿਨ ਰਚਿਆ ਸਭ ਕੋਏ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਪਰ ਉਹ ਕਿਉਂ ਨਹੀਂ ਕੰਮ ਕਰਦੇ ਆਪਣੇ ਆਪ? ਉਹਨਾਂ ਕੋਲ ਵੀ ਆਪਣਾ ਭਾਈ ਨਾ, ਉਹਨਾਂ ਕੋਲ ਉਹਨੇ ਦਾਤ ਖੋਲੀ ਹੈ। ਕਿਹੜੀ? ਜਿਹੜੀ ਅਸੂਲ, ਜਿਹੜਾ ਦਿਮਾਗ, ਜਿਹੜਾ ਇਹਦਾ ਕੰਟਰੋਲ ਦਿੱਤਾ ਹੈ। ਬ੍ਰੇਨ ਉਹਨਾਂ ਦੇ ਵੀ ਹੈ, ਉਹ 6 ਲੱਖ ਤੋਂ ਸੈਂਸਰ ਦਿਮਾਗ ਤੋਂ ਉਹਨਾਂ ਦੇ, ਪਰ ਕੰਟਰੋਲ ਖੋਇਆ ਗਿਆ। ਇਹ ਵੀ ਇੱਕ ਪ੍ਰਮਾਣ ਦੇ ਬਾਣੀ ਤੋਂ ਗੱਲ ਪਕੜ ਆ ਜਾਏ। ਜਿਨ ਰਚਿਆ ਸਭ ਕੋਏ। ਭਗਤ ਕਬੀਰ ਸਾਹਿਬ ਦੀ ਇੱਕ ਵੈਦ ਨੂੰ ਸੰਬੋਧਨ ਕਰਕੇ ਕਹਿੰਦੇ ਹੈ, ਕਹਿੰਦੇ ਬੇਟਾ, ਤੂੰ ਦੁਨੀਆ ਨੂੰ ਇੱਕ ਗੱਲ ਕਹਿਣਾ, ਜਿਹੜਾ ਤੇਰੇ ਕੋਲੇ ਆਉਂਦਾ ਨਾ, ਤੇ ਤੂੰ ਉਹਨੂੰ ਆਉਂਦਿਆਂ ਕਹਿਣਾ ਵੀ ਜੇ ਇਹਨੂੰ ਅੱਧਾ ਘੰਟਾ ਨਾ ਲੈ ਕੇ ਆਉਂਦੇ ਦੀ ਮੌਤ ਹੋ ਜਾਵੇ। ਅੱਜ ਡਾਕਟਰ ਵੀ ਕਹਿੰਦੇ ਕੋਈ ਸੀਰੀਅਸ ਕੇਸ ਹੋਵੇ, ਉਹ ਕਹਿੰਦੇ ਬਸ ਅੱਧਾ ਘੰਟਾ ਨਾ ਆਉਂਦਾ, ਇਹਦੇ ਵਰਗੇ ਆ। ਉਹਦੇ ਪਿੱਛੇ 2 ਕਾਰਨ ਨੇ। ਡਾਕਟਰੀ ਭਾਸ਼ਾ ਮੁਤਾਬਕ ਉਹ ਠੀਕ ਕਹਿ ਰਹੇ ਆ, ਜਿੱਥੋਂ ਤੱਕ ਉਹਦੀ ਕੰਡੀਸ਼ਨ ਉਹਨੂੰ ਲੱਗਦਾ ਹੈ ਖਤਮ ਹੋ ਸਕਦਾ ਹੈ, ਪਰ ਪ੍ਰਭੂ ਨੇ ਖੇਡ ਰਚੀ ਹੈ, ਤਾਂ ਹੀ ਅੱਧਾ ਘੰਟਾ ਪਹਿਲਾਂ ਪਹੁੰਚਾ ਦਿੱਤਾ ਹੈ, ਕਿਉਂਕਿ ਅਜੇ ਤੱਕ ਉਹਦੇ ਸਵਾਸ ਨੇ। ਤੇ ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹਦਾ ਮਤਲਬ ਇਹ ਹੈ ਵੀ ਫਿਰ ਰੱਬ ਨਹੀਂ ਬਚਾਉਣ ਵਾਲਾ, ਫਿਰ ਵੈਦ ਕਹਿੰਦਾ ਮੈਂ ਬਚਾਇਆ। ਬਾਬਾ ਕਬੀਰ ਸਾਹਿਬ ਕਹਿੰਦੇ ਮਾਨ ਨਾ ਕਰੀ, ਤੂੰ ਜਿਹਨੂੰ ਬਚਾਉਣ ਦਾ ਦਾਅਵਾ ਕੀਤਾ ਨਾ, ਜਿਹਦਾ ਟ੍ਰੀਟਮੈਂਟ, ਜਿਹਦਾ ਇਲਾਜ ਕੀਤਾ ਹੈ, ਤੂੰ ਆਪਣੇ ਦਿਮਾਗ ਦੀ ਸ਼ਕਤੀ ਨਾਲ ਹੀ ਕੀਤਾ ਨਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜੇ ਦਿਮਾਗੀ ਸ਼ਕਤੀ 'ਚ ਇੱਥੋਂ ਰੱਬ ਖੋਲ ਲਵੇ। ਬੇਨਤੀ ਕਰ ਰਿਹਾ, ਜਨ ਰਚਿਆ ਸਭ ਕੋਏ, ਜਿਹਨੇ ਹਰ ਚੀਜ਼ ਰੱਖੀ ਤੇ ਬੜੇ ਤਰੀਕੇ ਨਾਲ ਬਣਾਈ, ਉਦੋਂ ਬਲਿਹਾਰ ਜਾਈਏ, ਉਹਦੇ 'ਤੇ ਭਰੋਸਾ ਕਰੀਏ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਵੈਦ ਡਾਕਟਰ ਕਦੇ ਪਾਗਲ ਹੋਇਆ ਨਹੀਂ ਮਿਲਿਆ। ਬੜੇ ਡਾਕਟਰ ਤੁਸੀਂ ਦੁਨੀਆ ਦੇ ਆંકੜੇ ਪੜ੍ਹੋ, ਡਾਕਟਰ, ਸਾਇੰਟਿਸਟ, ਕਵੀ ਲੋਕ, ਫਿਲੋਸਫਰ ਪਾਗਲ ਹੋ ਜਾਂਦੇ ਨੇ। ਬੜਾ ਦਿਮਾਗ ਸੀ, ਪਰ ਯਾਦ ਰੱਖਿਓ ਅੰਤ ਨੂੰ ਕੀ ਹੋਇਆ। ਹੁਣ ਪੜ੍ਹੋ ਸ਼ਲੋਕ, ਕਬੀਰ ਵੈਦ ਕਹਿ ਹਉ ਹੀ ਭਲਾ। ਬਾਬਾ ਕਬੀਰ ਸਾਹਿਬ ਕਹਿੰਦੇ ਵੈਦ ਤੇ ਨਾ ਭਲੇ ਦਾ ਇੱਥੇ ਅਰਥ ਹੈ ਮੈਂ ਬੜਾ ਚੰਗਾ, ਮੈਂ ਬੜਾ ਐਕਸਪਰਟ ਹਾਂ, ਮੈਂ ਬੜਾ ਮਾਹਰ ਹਾਂ, ਬਸ ਮੈਂ ਤੇ ਜਿਹਨੂੰ ਦਵਾਈ ਦਿਆਂ ਤੇ ਗੱਲ ਬਣ ਜਾਂਦੀ। ਦਾਰੂ ਮੇਰੇ ਵੱਸ, ਦਾਰੂ ਮੇਰੇ ਵੱਸ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਦਾਰੂ ਤੇਰੇ ਵੱਸ ਹੈ, ਤੇ ਤੂੰ ਜਨ ਰਚਿਆ ਸਭ ਕੋਏ, ਤੂੰ ਪ੍ਰਭੂ ਦੇ ਵੱਸ ਹੈ। ਵੈਦ ਕਹੈ ਹਉ ਹੀ ਭਲਾ, ਦਾਰੂ ਮੇਰੇ ਵੱਸ, ਇਹ ਤੋਂ ਵੱਥ ਗੋਪਾਲ ਕੀ। ਇਹ ਤਾਂ ਦਿਮਾਗ, ਇਹ ਸਰੀਰ, ਸਭ ਸਮਝ, ਇਹ ਪ੍ਰਭੂ ਦੀ ਦਾਤ ਹੈ, ਉਹਦੀ ਵਸਤੂ ਹੈ।
ਜੋ ਭਾਵੈ ਲੇਖਸ। ਇਹ ਕਹਾਣੀ ਨੂੰ ਤੁਸੀਂ ਵਿਦਵਾਨਾਂ ਪਾਸੋਂ ਸੁਣਿਆ ਹੋਣਾ, ਜਨ ਰਚਿਆ ਸਭ ਕੋਇ। ਨਾਮ ਵੀ ਸੁਣਿਆ ਹੋਣਾ ਰੁਸਤਮ, ਬੜਾ ਵੱਡਾ ਵੈਦ ਸੀ। ਕਿਉਂਕਿ ਵੈਦ ਨਾ, ਮੈਂ ਤੁਹਾਨੂੰ ਫਿਰ ਇੱਕ ਬੇਨਤੀ ਕਰਾਂ, ਆਪਾਂ ਅੱਜ ਯਤਨ ਕਰਨਾ ਹੈ ਵੀ ਅੰਦਰ ਦਾ ਫੁਰਨਾ ਹੈ। ਕਿਤਨੇ ਕੁ ਦਿਨ ਆਪਣੇ ਕੋਲ ਬਾਕੀ ਨੇ, ਅੱਜ ਕੱਲ੍ਹ ਦੇ ਆਉਣ ਵਾਲੇ ਸੇਵਾ। ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਦਾ ਥੋੜ੍ਹਾ ਜ਼ਿਕਰ ਤੁਹਾਡੇ ਨਾਲ ਕਰ ਜਾ। ਵੇਖੋ ਸੁਲਤਾਨਪੁਰ ਸਾਹਿਬ ਤੋਂ ਲੈ ਕੇ ਉਹਦੇ ਲਈ ਆਪਾਂ ਜਿਹੜੇ ਪਿਛਲੇ 5-10 ਮਿੰਟ ਨੇ ਜਾਂ ਪ੍ਰਕਰਨ ਵਿੱਚ ਕੋਈ ਗੱਲ ਆਏਗੀ, ਪਿਛਲੇ 10 ਮਿੰਟ ਲਾ ਕੇ ਉਹਨੂੰ ਸਮਝਿਆ ਕਰਾਂਗੇ ਸ਼ਬਦ ਦੇ ਨਾਲ। ਸ਼ਬਦ ਤੋਂ ਬਾਅਦ ਸੁਣਿਓ ਬੇਨਤੀ ਨੂੰ। ਪਹਿਲਾਂ ਜੜ ਰਚਿਆ ਸਭ ਕੋਇ। ਜਦੋਂ ਉਹ ਵੈਦ ਜਿਹੜਾ ਵੱਡਾ ਹੈ, ਇਹ ਇੰਨੀ ਪਕੜ ਹੁੰਦੀ ਸੀ ਵੈਦਾਂ ਕੋਲ, ਭਾਈ ਗੁਰਦਾਸ ਸਾਹਿਬ ਨੂੰ ਪੜ੍ਹਨ ਜੜੀ ਬੂਟੀ ਜੇ ਜੀਵੀ ਹੈ ਕਿ ਉਹ ਮਰੇ ਧਨੰਤਰ। ਐਨ ਸਿਰੇ ਦਾ ਵੈਦ ਧਨੰਤਰ, ਪਰ ਯਾਦ ਰੱਖੋ ਉਹ ਵੀ ਖਤਮ ਹੋ ਰਿਹਾ। ਜਦੋਂ ਉਸ ਰੁਸਤਮ ਵੈਦ ਨੇ ਉਹਨੇ ਕਹਿੰਦੇ ਇੱਕ ਐਲਾਨ ਕੀਤਾ ਹੋਇਆ ਵੀ ਜਿਹੜਾ ਬੰਦਾ ਭਾਵੇਂ ਮਰ ਵੀ ਰਿਹਾ ਹੋਵੇ, ਸੁਣਿਆ, ਉਹਦੇ ਮੂੰਹ ਵਿੱਚ ਮੇਰੀ ਦਵਾਈ ਚਲੀ ਜਾਏ, ਮਰੇਗਾ ਨਹੀਂ। ਐਡਾ ਵੱਡਾ ਦਾਅਵਾ ਕਰਤਾ ਵੈਦ ਕਾ ਹੈ ਹੋ ਨਹੀਂ ਪੜਾ ਦਾਰੂ ਪੀ ਰਿਹਾ। ਬਸ ਸਾਹਿਬ ਕਹਿੰਦੇ ਉਹਨੂੰ ਸਿਮਰ ਦਸ ਕੀ ਸਰਣੀ ਉਭਰਿਆ। ਭਾਈ ਆਪਾਂ ਸਮਝ ਰਹੇ ਜਨ ਰਚਿਆ ਸਭ ਕੋਇ। ਇਹਨੇ ਕੀ ਕੀਤਾ, ਦੇਸ਼ ਦਾ ਰਾਜਾ ਤੇ ਉਹਦਾ ਇਕਲੌਤਾ ਪੁੱਤਰ ਹੈ, ਨੌਜਵਾਨ, ਵਿਆਹਿਆ ਵੀ ਨਹੀਂ ਤੇ ਬਿਮਾਰ ਹੋ ਗਿਆ। ਤੇ ਵੈਦਾਂ ਨੂੰ ਜਦੋਂ ਲੱਭਿਆ ਗਿਆ, ਸਿਆਣੇ ਵੈਦਾਂ ਨੇ ਵੀ ਕਹਿਤਾ ਜਦੋਂ ਕਿਹੜਾ ਨਾ ਛੁੱਟਦਾ ਹੋਵੇ ਉਹਨੂੰ ਆਪਾਂ ਅੱਜ ਦੇ ਸਮੇਂ 'ਚ ਕਹਿੰਦੇ ਡਾਕਟਰ ਨੇ ਰੈਫਰ ਕਰਤਾ। ਉਹ ਗਲੋਂ ਲਾਉਣ ਵਾਲੀ ਗੱਲ ਹੁੰਦੀ, ਰੈਫਰ ਕਰਦਾ ਹੁੰਦਾ। ਉਹਨਾਂ ਵੈਦਾਂ ਨੇ ਕਿਹਾ ਕਹਿੰਦੇ ਤੂੰ ਸਾਨੂੰ ਕਿਉਂ ਸੱਦਦਾ, ਉਹਨੂੰ ਸੱਦਣਾ, ਉਹਦੇ ਕੋਲ ਲੈ ਚਲੀਏ। ਜਦੋਂ ਉਹਨੂੰ ਬੁਲਾਇਆ ਉਹ ਕਹਿੰਦਾ ਮੈਂ ਤੇ ਨਹੀਂ ਆਉਂਦਾ। ਰਾਜੇ ਦੇ ਪੁੱਤਰ ਦੀ ਗੱਲ ਸੀ, ਕਹਿੰਦਾ ਤੁਸੀਂ ਲਿਆਓ, ਤੁਹਾਨੂੰ ਲੋੜ ਹੈ। ਕਿਉਂਕਿ ਜਿੱਥੇ ਕੁਝ ਹੋਵੇ ਨਾ ਉੱਥੇ ਹੰਕਾਰ ਵੀ ਹੁੰਦਾ। ਇਹ ਹੰਕਾਰ ਹੋਏਗਾ ਉੱਥੇ ਜਿੱਥੇ ਕੁਝ ਹੋਏਗਾ, ਪਰ ਉਹ ਹੰਕਾਰ ਤੋਂ ਵੀ ਕੋਈ ਉੱਪਰ ਲੰਘ ਜਾਏ ਕਿ ਉਹ ਨਿਰੰਕਾਰ ਦੀ ਦੁਨੀਆ ਬਣ ਜਾਏ। ਉਹਦੇ ਕੋਲ ਵਿਦਿਆ ਹੈ, ਉਹਦੇ ਕੋਲ ਵੈਦਗੀ ਹੈ, ਉਹਨੂੰ ਹੰਕਾਰ ਹੈ। ਇਹ ਕਹਿੰਦੇ ਜਦੋਂ ਰਾਜੇ ਦੇ ਬੱਚੇ ਨੂੰ ਆਪਾਂ ਸੰਖੇਪ ਸਮਝਦੇ ਹਾਂ, ਪੁਆਇੰਟਡ ਗੱਲਾਂ ਲੈ ਗਏ ਕਿ ਜਦੋਂ ਤੱਕ ਲਗਾਏ ਰਾਜੇ ਦੇ ਬੱਚੇ ਦੇ ਮੂੰਹ ਵਿੱਚ ਦਵਾਈ ਪਾਈ ਤੇ ਦਵਾਈ ਪਾਉਂਦੇ ਅਸਾਰ ਖਤਮ ਹੋ ਗਈ। ਹੁਣ ਰਾਜੇ ਨੇ ਪਹਿਲਾਂ ਗੱਲ ਕਹੀ ਸੀ ਵੀ ਇਹਨੂੰ ਸਜ਼ਾ ਬਹੁਤ ਕਰਨੀ ਦੇਣੀ, ਕਿਉਂ ਐਵੇਂ ਦਾਅਵੇ ਕਰਦਾ ਹੈ। ਉਹਨੇ ਇੱਕ ਗੱਲ ਕਹੀ, ਰੁਸਤਮ ਨੇ ਸੁਣਿਆ ਜੀ ਤੋਂ ਸਿੱਖਿਆ ਸੀ। ਵੈਸੇ ਇਹਨੂੰ ਸਾਖੀਕਾਰਾਂ ਨੇ, ਘਟਨਾਵਾਂ ਦੇਖਣ ਵਾਲਿਆਂ ਨੇ ਇੱਦਾਂ ਵੀ ਕਿਹਾ ਵੀ ਪ੍ਰਭੂ ਨੇ ਨਹੀਂ, ਅਸਲ ਵਿੱਚ ਉਹਦੇ ਵਿੱਚ ਕੁਝ ਰਮਜ਼ਾਂ ਛੁਪੀਆਂ ਹੁੰਦੀਆਂ ਘਟਨਾਵਾਂ। ਜੀ ਤੋਂ ਉਹਨੇ ਸਿੱਖਿਆ ਸੀ ਨਾ, ਸੁਣਿਓ, ਜਿਹੜਾ ਉਹਦਾ ਉਸਤਾਦ ਸੀ, ਜਿਹੜਾ ਉਹਦਾ ਮੁਰਸ਼ਿਦ ਸੀ, ਜਿਹਨੂੰ ਉਹਨੇ ਇਲਮ ਤੇ ਤਲੀਮ ਲਈ ਹੈ, ਉਹਨੇ ਉਹਨੂੰ ਇਹ ਗੱਲ ਸਿਖਾਲੀ ਸੀ। ਏਡਾ ਵੱਡਾ ਵੈਦ ਬਣਾਇਆ ਸੀ, ਪਰ ਉਹਨੂੰ ਥੋੜ੍ਹੀ ਪਤਾ ਸੀ ਇੰਨਾ ਹੰਕਾਰ ਕਰੇ। ਅੱਜ ਜਦੋਂ ਉਹਨੂੰ ਲੋੜ ਪਈ ਨਾ, ਰਾਜੇ ਨੇ ਕਿਹਾ ਮੌਤ ਦੀ ਸਜ਼ਾ ਕਿ ਮਾਰੋ, ਸੰਸਾਰ ਕਰਕੇ ਪੱਥਰ ਮਾਰ ਮਾਰ ਕੇ ਮਾਰੋ। ਐਡਾ ਬੁਰਾ ਦਾਅਵਾ ਕਰਦਾ ਹੈ। ਪੁੱਤਰ ਵੀ ਮੇਰਾ ਇਕਲੌਤਾ ਮਰ ਗਿਆ, ਇਹ ਦਾਅਵਾ ਕਰਦਾ ਸੀ। ਅੱਜ ਆਪਣਾ ਅਜਮਾਇਸ਼, ਆਪਣਾ ਨੁਕਤਾ ਨਹੀਂ ਉਠਾ ਸਕਿਆ। ਉਹਨੇ ਕਿਹਾ ਮੈਨੂੰ ਮਾਰ ਭਾਵੇਂ ਦਿਓ, ਪਰ ਇੱਕ ਵਾਰੀ ਮੈਨੂੰ ਆਪਣੇ ਉਸਤਾਦ ਨੂੰ ਮਿਲ ਲੈ ਦਿਓ। ਇਹਨੇ ਮਿਲਾ ਦਿੱਤਾ। ਉਹਨੇ ਕਿਹਾ ਮੈਂ ਦਾਅਵਾ ਬੜਾ ਬੁਰਾ ਕਰ ਬੈਠਾ, ਮੈਨੂੰ ਸਜ਼ਾ ਮਿਲਣ ਲੱਗੀ ਹੈ। ਉਹਨੇ ਕਿਹਾ ਤੂੰ ਹੰਕਾਰ ਕੀਤਾ। ਉਹਨੇ ਕਿਹਾ ਚੱਲ ਮੈਂ ਤੇ ਹੰਕਾਰ ਕੀਤਾ ਹੀ ਹੈ। ਆਪਣੇ ਮੁਰਸ਼ਿਦ ਨੂੰ, ਆਪਣੇ ਉਸ ਉਸਤਾਦ ਨੂੰ ਕਹਿੰਦਾ ਤੂੰ ਵੀ ਤਾਂ ਦਾਅਵਾ ਝੂਠਾ ਹੀ ਕੀਤਾ ਨਾ। ਤੂੰ ਕਿਹਾ ਸੀ ਵੀ ਬਿਨਾਂ ਜਦੋਂ ਮੂੰਹ ਵਿੱਚ ਦਵਾਈ ਚਲੀ ਜਾਏ, ਉਹ ਕਹਿੰਦਾ ਭਲਿਆ ਮੈਂ ਤੈਨੂੰ ਕਿਹਾ ਸੀ ਕੋਈ ਬਿਮਾਰ ਹੋਵੇ ਉਹਦੇ ਮੂੰਹ 'ਚ ਦਵਾਈ ਪਾ ਦਈਏ ਤੇ ਉਹ ਬਚ ਜਾਏਗਾ, ਉਹ ਬਿਮਾਰੀ ਉਹਦੀ ਠੀਕ ਹੋ ਜਾਏਗੀ, ਉਹ ਤੰਦਰੁਸਤ ਹੋ ਜਾਏਗਾ। ਤੈਨੂੰ ਸਮਝਣ ਵਿੱਚ ਗਲਤੀ ਲੱਗ ਗਈ, ਤੂੰ ਕਹੀ ਜਾਂਦਾ ਮੌਤ ਹੀ ਨਹੀਂ ਹੋਏਗੀ। ਮੈਂ ਤੇ ਤੈਨੂੰ ਕਿਹਾ ਹੀ ਮੌਤ ਨਹੀਂ ਹੋਏਗੀ। ਮੈਂ ਤੈਨੂੰ ਕੁਝ ਹੋਰ ਸਿਖਾ ਲਿਆ ਵੀ ਬਿਮਾਰੀ ਤੋਂ ਤੰਦਰੁਸਤੀ ਮਿਲ ਜਾਏਗੀ। ਕਿਉਂ ਕਹਿੰਦਾ ਰਾਜੇ ਦਾ ਬੱਚਾ ਵੀ ਤਾਂ ਬਿਮਾਰ ਹੀ ਸੀ। ਉਹਨੇ ਕਿਹਾ ਪਹਿਲੀ ਗੱਲ ਤਾਂ ਰਾਜੇ ਦੇ ਬੱਚੇ ਦਾ ਮੂੰਹ ਖੁਲਾਓ। ਮਰੇ ਹੋਏ ਦਾ ਜਦੋਂ ਮੂੰਹ ਖੋਲਿਆ ਤੇ ਦਵਾਈ ਅੰਦਰ ਨਹੀਂ ਗਈ। ਉਹਨੇ ਕਿਹਾ ਪਹਿਲੀ ਗੱਲ ਤਾਂ ਦਵਾਈ ਅੰਦਰ ਨਹੀਂ ਗਈ। ਦੂਜੀ ਗੱਲ ਉਸਤਾਦ ਨੇ ਇੱਕ ਗੱਲ ਸਮਝਾਈ, ਕਹਿੰਦਾ ਰੁਸਤਮ ਇੱਕ ਗੱਲ ਸਿੱਖ ਲੈ, ਜਿੰਨੀਆਂ ਦਵਾਈਆਂ ਮੈਂ ਬਣਾਈਆਂ ਨੇ ਨਾ ਇਹ ਬਿਮਾਰੀਆਂ ਲਈ ਬਣਾਈਆਂ ਨੇ। ਕਿਉਂ ਕਹਿੰਦਾ ਇਹ ਵੀ ਤਾਂ ਬਿਮਾਰੀ ਸੀ ਨਾ। ਸੁਣਿਓ, ਉਹ ਕਹਿੰਦਾ ਇਹ ਬਿਮਾਰੀ ਨਹੀਂ, ਮੌਤ ਕੋਈ ਰੋਗ ਨਹੀਂ ਹੈ, ਮੌਤ ਰੱਬੀ ਹੁਕਮ ਹੈ। ਰੋਗ ਲਈ ਦਵਾਈ ਹੁੰਦੀ, ਮੌਤ ਕੋਈ ਰੋਗ ਹੈ ਹੀ। ਇਸ ਲਈ ਚੇਤੇ ਰੱਖਿਓ ਵੈਦ ਵੀ ਮਰਦਾ ਹੈ,
ਹਰ ਕੋਈ ਮਰਦਾ ਸਰੀਰ ਕਰਕੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦੀ ਚਰਨੀ ਪੈ, ਉਹਦੀ ਸ਼ਰਣੀ ਪੈ ਕੇ ਬਚ ਸਕਦਾ ਹੈ। ਜਿਨ ਰਖਿਆ ਸੋ ਕੋਈ, ਜਿਹੜੀ ਬੇਨਤੀ ਸੀ ਨਾਲ ਵੀ ਦਿਮਾਗ ਨਾਲ ਆਪਣੇ ਆਪ ਦਾ ਬੰਦਾ ਮਾਨ ਨਾ ਕਰੇ ਮੈਂ ਵੀ ਕੁਝ ਕਰ ਸਕਦਾ। ਗੁਰੂ ਸਾਹਿਬ ਕਹਿੰਦੇ ਨਹੀਂ ਭਲਿਆ, ਜਿੰਨਾ ਵੀ ਸਰੀਰਕ ਢਾਂਚਾ ਆਪਾਂ ਬੜੀ ਵਾਰ ਸਮਝਿਆ, ਉਹਦਾ ਬਹੁਤਾ ਹਿੱਸਾ ਉਹਦੇ ਹੁਕਮ ਅੰਦਰ ਕੰਮ ਕਰਦਾ। ਕਰਨ ਕਾਰਨ ਸਮਰੱਥ ਸੋ ਭਾਈ, ਸੱਚਾ ਸੱਚੀ ਸੋਏ। ਉਹ ਮਾਲਕ ਪ੍ਰਮਾਤਮਾ ਕਾਰਨ ਵੀ ਹੈ ਤੇ ਕਰਨ ਵੀ ਹੈ, ਕਰਦਾ ਵੀ ਆਪ ਹੈ ਤੇ ਪੈਦਾ ਵੀ ਆਪਣੇ ਵਿੱਚੋਂ ਕਰਦਾ ਹੈ। ਇਸ ਗੱਲ ਨੂੰ ਅਸੀਂ ਗੁਰਬਾਣੀ ਤੋਂ ਪੜ੍ਹਦੇ ਬਹੁਤ ਖਿਆਲ ਨਾਲ ਸੁਣੇ, ਬਹੁਤ ਪ੍ਰਮਾਣ ਨੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਮ ਕੋਏ, ਬਹੁਤ ਹੀ ਪ੍ਰਮਾਣ ਨੇ ਕਾਰਨ ਤੇ ਕਰਨ ਦੇ। ਹੁਣ ਇਹਦੇ ਅਰਥ ਆਪਾਂ ਬੜੀ ਵਾਰ ਪਿੱਛੇ ਵੀ ਸਮਝੇ ਸਨ ਸੰਖੇਪ, ਵੀ ਉਹ ਆਪਣੇ ਵਿੱਚੋਂ ਸਭ ਕੁਝ ਬਣਾਉਂਦਾ ਹੈ। ਤੇ ਜਦੋਂ ਅੱਜ ਕਿਸੇ ਸਾਖੀ ਦੀ ਘਟਨਾ ਦਾ ਜ਼ਿਕਰ ਆਉਂਦਾ ਨਾ, ਕਿ ਬੰਦਾ ਕਹਿੰਦਾ ਜੀ ਆਏ ਉਹਨੇ ਕਿਵੇਂ ਰਚ ਲਿਆ, ਅਸਲ ਵਿੱਚ ਸੰਗਤ ਜੀ ਉਹਨੇ ਆਪਣੇ ਵਿੱਚੋਂ ਏਡੀ ਵੱਡੀ ਵਿਸ਼ਾਲ ਸ੍ਰਿਸ਼ਟੀ ਸਭ ਕੁਝ ਪੈਦਾ ਕਰ ਲਿਆ ਕਿ ਇਹ ਉਹਦੇ ਲਈ ਕੁਝ ਵੀ ਨਹੀਂ ਹੁੰਦੀਆਂ। ਆਪ ਮੂਲੀ ਛੋਟੀ ਗੱਲ ਹੁੰਦੀ। ਅਗਲੀ ਗੱਲ ਇੱਥੇ ਇੱਕ ਬੇਨਤੀ ਹੋਰ ਸੁਣਿਓ, ਕਾਰਨ ਸਮਰੱਥ। ਸਮਰੱਥ ਕੀ ਹੁੰਦਾ ਹੈ? ਜਿਹੜਾ ਸਭ ਕੁਝ ਬਣਾ ਸਕਦਾ ਹੈ, ਸਭ ਕੁਝ ਕਰ ਸਕਦਾ ਹੈ, ਹਰ ਚੀਜ਼ ਵਿੱਚ ਸੰਪਨ ਹੋਵੇ। ਇਹਦੇ ਲਈ ਇੱਕ ਨੁਕਤਾ ਲਿਓ ਤੁਸੀਂ, ਗੁਰਮਤਿ ਵਿੱਚ ਇੱਕ ਸ਼ਬਦ ਹੈ, ਬੜੇ ਧਿਆਨ ਨਾਲ ਸੁਣਿਆ ਤੇ ਕਰਾਮਾਤ। ਇਹ ਅਸੀਂ ਹੌਲੀ ਹੌਲੀ ਤੁਹਾਡੇ ਵੀ ਖਾਨਿਆਂ 'ਚ ਗੱਲ ਪਾਤੀ ਹੈ ਵੀ ਵੇਖੋ ਜੀ ਕਰਾਮਾਤ ਹੁੰਦੀ ਕੋਈ ਨਹੀਂ। ਇੱਕ ਸ਼ਬਦ ਹੋਰ ਪਤਾ ਕੀ ਵਰਤਿਆ, ਕਰਾਮਾਤ ਕਹਿਣ ਦਾ ਨਾਮ। ਕਰਾਮਾਤ ਦੇ ਅਰਥ ਕੀ ਨੇ? ਕਰਮ। ਕਰਮ ਦਾ ਅਰਥ ਹੈ ਉਹ ਕੰਮ ਜਿਹੜਾ ਗਿਆਨ ਕਰਮ ਇੰਦਰੀਆਂ ਨਾਲ ਕੀਤਾ ਜਾਏ, ਹੱਥਾਂ ਨਾਲ ਕੀਤਾ ਜਾਏ, ਪੈਰਾਂ ਨਾਲ ਕੀਤਾ ਜਾਏ, ਮੂੰਹ ਨਾਲ ਜੀਭਾਂ ਨਾਲ ਬੋਲਿਆ ਜਾਏ, ਅੱਖਾਂ ਨਾਲ ਵੇਖਿਆ ਜਾਏ, ਕੰਨਾਂ ਨਾਲ ਸੁਣਿਆ ਜਾਏ, ਦਿਮਾਗ ਨਾਲ ਸੋਚਿਆ ਜਾਏ, ਚਮੜੀ ਨਾਲ ਸਪਰਸ਼ ਕੀਤਾ ਜਾਏ। ਇਹ ਸਾਰੇ ਕਰਮ ਨੇ। ਜਿੱਥੇ ਕਰਮ ਦੀ ਐਂਡ ਹੋ ਜਾਏ, ਕਰਮ ਦੀ ਅੱਤ ਹੋ ਜਾਏ, ਉਹਦੇ ਤੋਂ ਸ਼ਬਦ ਨਿਕਲਿਆ ਕਰਾਮਾਤ। ਕਰਮ ਦੀ ਅੱਤ ਕਰਾਮਾਤ, ਭਾਵ ਜਿਹੜਾ ਅਸੀਂ ਹੱਥਾਂ ਪੈਰਾਂ ਨਾਲ ਜਿਹੜਾ ਕੰਮ ਨਹੀਂ ਕਰ ਸਕੇ, ਜਿੱਥੇ ਅਸੀਂ ਕਹਿੰਦੇ ਵੀ ਇਹ ਨਹੀਂ ਹੋ ਸਕਦਾ, ਉਹ ਕੰਮ ਜਦੋਂ ਹੁੰਦਾ ਦਿਸ ਜਾਏ ਜਾਂ ਕੋਈ ਬੰਦਾ ਕਰ ਦੇਵੇ ਤੇ ਆਪਾਂ ਕਹਿੰਦੇ ਆ ਇਹਨੇ ਕਰਾਮਾਤ ਹੀ ਕਰ ਛੱਡੀ ਹੈ। ਕਿਉਂ? ਕਿਉਂਕਿ ਆਸ ਨਹੀਂ ਸੀ ਹੋਦੀ। ਜਿਹੜੀ ਬੇਨਤੀ ਕਰ ਲਗਾ ਸਮਰੱਥ ਕੀ ਹੈ। ਹੁਣ ਕਰਾਮਾਤ ਕੀ ਸੀ? ਕਰਾਮਾਤ ਤੇ ਕਲਾ ਬੜਾ ਗੰਭੀਰ ਸਬਜੈਕਟ ਹੈ। ਮਾਲਕ ਪਰਮਾਤਮਾ ਨੂੰ ਤੁਸੀਂ ਧਿਆਨ ਦਿਆ ਤੇ ਬਾਣੀ ਸਾਰੇ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਨੇ ਪ੍ਰਭੂ ਨੂੰ ਕੀ ਲਿਖਿਆ? ਆਪ ਨਾਰਾਇਣ ਕਲਾਕਾਰ। ਕਲਾ ਧਾਰ, ਧਾਰ ਦਾ ਅਰਥ ਧਾਰਨ ਕਰਨਾ। ਉਹ ਕੋਈ ਵੀ ਕਲਾ ਧਾਰਨ ਕਰ ਲਵੇ, ਉਹਦੀ ਖੇਡ ਹੈ। ਜਗ ਮੈਂ ਪ੍ਰਭਰੇ ਉਹ ਗੁਰੂ ਸਾਹਿਬ ਉਹਦੀ ਕਲਾ ਧਾਰਨ ਕਰਕੇ ਉਹੀ ਰੂਪ ਹੋ ਕੇ ਆਏ, ਸਰੀਰ ਕਰਕੇ ਦੂਜਾ ਪੱਖ। ਤੇ ਸਤਿਗੁਰੂ ਦੀ ਬਾਣੀ ਜਦੋਂ ਸੋਦਰ ਪੜ੍ਹਨੇ ਹੋ ਤੇ ਸ਼ਾਮ ਨੂੰ ਪੜ੍ਹਨੇ ਨਾ, ਉਹ ਮਾਲਕ ਪਰਮਾਤਮਾ ਕਲਾ ਤੋਂ ਵੀ ਪਾਰ ਹੈ, ਭਾਵ ਸਰਬ ਕਲਾ ਦਾ ਸਮਰੱਥ ਹੈ। ਅਸੀਂ ਵੈਸੇ ਸ਼ਬਦ ਕਈ ਵਾਰੀ ਅਕਲ ਹੀ ਪੜ੍ਹਨੇ, ਆਪਾਂ ਪੜ੍ਹਨੇ ਅਕਲ ਕਲਾ ਭਰਪੂਰ ਹੈ। ਸ਼ਬਦ ਹੈ ਅਕਲ। ਅਕਲ ਦਾ ਅਰਥ ਹੈ ਕਲਾ ਤੋਂ ਪਾਰ। ਕਲ ਕਲਾ, ਅਕਲ ਕਲਾ ਤੋਂ ਪਾਰ, ਕਲਾ ਤੋਂ ਉੱਚਾ, ਸਮਰੱਥ। ਇਸ ਲਈ ਉਹ ਐਸਾ ਸਮਰੱਥ ਹੈ। ਤੇ ਜਿਹੜੀ ਗੱਲ ਕਰਾਮਾਤ ਦੀ ਹੈ ਨਾ, ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਹੈ। ਤੁਸੀਂ ਬਾਣੀ ਪੜ੍ਹਦੇ ਹੋ, ਕਹਿੰਦੇ ਲੋਕਾਂ ਦੀਆਂ ਅਧੂਰੀਆਂ ਕਰਾਮਾਤਾਂ ਹੁੰਦੀਆਂ, ਗੁਰਮਤਿ ਦੀ ਕਰਾਮਾਤ ਸੱਚੀ ਤੇ ਪੂਰੀ ਹੈ। ਅਧੂਰੀ ਕਰਾਮਾਤ ਕਿਉਂ ਹੈ? ਇੱਕ ਨੇ ਕਹਿ ਦਿੱਤਾ ਵੀ ਭੀਮ ਨੇ ਹਾਥੀ ਸੁੱਟ ਦਿੱਤੇ, ਆਕਾਸ਼ ਵਾਲਾ ਦੀ ਤੱਕ ਨਹੀਂ ਮੁੜੇ, ਰੱਜ ਤੇ ਕਿਸੇ ਨੇ ਨਹੀਂ ਸੁੱਟੇ। ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਵੀ ਤੂੰ ਬਾਣੀ ਸੁਣ ਤੇ ਤੇਰੇ ਫਿਕਰ ਭਾਵੇਗੀ, ਜ਼ਿੰਦਗੀ ਸੁਖਾਲੀ ਤੇ ਹਰਿਆਲੀ ਹੋ ਜਾਏਗੀ। ਉਹ ਅੱਜ ਵੀ ਹੁੰਦੀ ਹੈ। ਤੈਨੂੰ ਕਿਤੋਂ ਦਾਤ ਨਹੀਂ ਮਿਲੀ, ਤੂੰ ਖਾਲੀ ਝੋਲੀ ਲਈ ਫਿਰਦਾ ਹੈ। ਤੂੰ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਜਾ ਕੇ ਝੋਲੀ ਭਰ ਜਾਏਗੀ। ਅੱਜ ਵੀ ਭਰ ਜਾਂਦੀ ਤੇ ਭਰ ਲੱਗਿਆ ਇਹ ਨਹੀਂ ਵੇਖਦਾ ਵੀ ਉਹ ਸਿੱਖ ਹੈ ਕਿ ਕੌਣ ਹੈ। ਗੱਲ ਹੈ ਪੁਰਾਣੀ ਮਤ ਦੀ। ਇਸ ਲਈ ਉਹ ਕਰਾਮਾਤ ਲਈ ਦੋ ਵਾਰੀ ਸ਼ਬਦ ਕਹੇ ਨੇ, ਆਪਾਂ ਇਹਨਾਂ ਸਮਝ ਸਕਣਾ। ਕਾਰਨ ਕਾਰਨ ਸਮਰੱਥ। ਸਮਰੱਥ ਕੀ ਹੈ? ਮਾਲਕ। ਇਹ ਕਰਾਮਾਤ ਲਈ ਕੀ ਸ਼ਬਦ ਕਹੇ? ਪੂਰੀ ਹੋਈ ਕਰਾਮਾਤ। ਐਡੀ ਵੱਡੀ ਕਰਾਮਾਤ ਹੋਈ, ਜਿਹੜਾ ਕੱਲ ਸਿਰ ਤੇ ਘੁੰਗਣੀਆਂ ਦੀ ਟੋਕਰੀ ਚੱਕੀ ਫਿਰਦਾ ਉਹਦੇ ਸਿਰ ਤੇ ਅੱਜ ਛਾਤਾ ਢੋਲਦਾ ਹੈ। ਜਿਹੜਾ ਕੱਲ ਲੋਕਾਂ ਦੀ ਇੱਕ ਇੱਕ ਰੋਟੀ ਦਾ ਮੁਤਾਜ ਹੈ, ਉਹਦੇ ਦਰ ਤੋਂ ਅੱਜ ਸਾਰੀ ਦੁਨੀਆ ਪ੍ਰਸ਼ਾਦਾ ਛਕਦੀ ਹੈ। ਐਡੀ ਵੱਡੀ ਕਰਾਮਾਤ ਹੈ। ਆਪ ਬਚਨ ਪੜ੍ਹਦੇ ਹੋ ਨਾ, ਧੰਨ ਧੰਨ ਰਾਮਦਾਸ ਗੁਰੂ ਜਨ ਸਰਿਆ ਤੇ ਸਵਾਰਿਆ।
ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਾਲਾ ਤਾਹਾ ਕੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਕਿ ਆਪਾਂ ਬਚਨ ਪੜ੍ਹਨੇ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪੂਰੀ ਕਰਾਮਾਤ ਵਰਤੀ ਹੈ। ਕਿਹੜੀ ਕਰਾਮਾਤ ਵਰਤੀ? ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਗੁਰੂ ਅਮਰਦਾਸ ਸਾਹਿਬ ਨੇ ਸਿੱਧ ਕੇ ਮਾਲਕ ਪ੍ਰਮਾਤਮਾ ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕਰਕੇ ਆਪ ਉਹਨੂੰ ਧਾਰਨ ਕੀਤਾ। ਬੜੀ ਔਖੀ ਖੇਡ ਹੈ। ਦੂਜਾ ਪਦ ਜਦੋਂ ਫਿਰ ਇਸੇ ਬਾਣੀ 'ਚ ਪੜ੍ਹੋਗੇ ਅੱਗੇ ਹੈ, ਪੂਰੀ ਹੋਈ ਕਰਾਮਾਤ ਸੱਚੇ ਦਾ ਸੱਚਾ ਢੋਲ। ਇਸ ਲਈ ਇੱਥੇ ਬਖਸ਼ਿਸ਼ਾਂ ਵਰਤਦੀਆਂ ਨੇ। ਇੱਥੇ ਕਰਾਮਾਤ ਦਾ ਅਰਥ ਬਖਸ਼ਿਸ਼ਾਂ ਨੇ। ਇੱਥੇ ਕਰਾਮਾਤ ਦਾ ਅਰਥ ਬਾਹਰ ਦੇ ਨਾਟਕ ਨਹੀਂ। ਤੇ ਉਹ ਕਰਾਮਾਤ ਵਰਤਦੀ ਵੀ ਸਪਸ਼ਟ ਹੈ, ਆਪਣੇ ਸਰੀਰ ਨੂੰ ਬਚਾਉਣ ਲਈ ਵਰਤੀ ਜਾਏ ਉਹਨੂੰ ਕਹਿੰਦੇ ਨੇ ਉਹ ਕਰਾਮਾਤ। ਪਰ ਜਦੋਂ ਪ੍ਰਭੂ ਟੁੱਟ ਕੇ ਦਿੰਦਾ ਹੈ ਨਾ, ਸਾਹਿਬ ਟੁੱਟਾ ਜੇਬ ਹੈ ਸੈਨ ਕਿਹਾ ਨਾ ਸਾਰੀ ਵਾਰ, ਉਹ ਕਰਮਾਤ ਵਰਤਦੀ ਹੈ ਇੱਥੇ ਜਿਹੜੀ ਉਹ ਬਖਸ਼ਿਸ਼ ਕਰਕੇ ਦਿੰਦਾ ਹੈ। ਹੁਣ ਉਹ ਬਖਸ਼ਿਸ਼ ਕਰਕੇ ਦਿੰਦਾ ਹੈ ਨਾ, ਉਹ ਰੱਸੀਆਂ ਬੰਨ੍ਹ ਕੇ ਸੰਗਲੀਆਂ ਬੰਨ੍ਹ ਕੇ ਗੰਗਾ 'ਚ ਡੁਬੋਣਾ ਚਾਹੁੰਦੇ ਨੇ, ਉਤਾਰ ਦਿੰਦਾ। ਇਹਨੂੰ ਵੀ ਕਹਿੰਦੇ ਤੁਸੀਂ ਸੰਖੇ ਪੱਖ ਤੋਂ ਵੇਖ ਸਕਦੇ ਹੋ। ਹਰੇਕ ਤੱਤ ਦਾ ਆਪਣਾ ਸੁਭਾਅ ਹੁੰਦਾ। ਬੇਨਤੀ ਕਰ ਰਿਹਾ, ਸਮਰੱਥ ਕਿਉਂ ਕਿਹਾ ਪ੍ਰਭੂ? ਕਰਨ ਕਾਰਨ ਸਮਰੱਥ। ਹਰੇਕ ਤੱਤ ਦਾ ਆਪਣਾ ਸੁਭਾਅ ਹੁੰਦਾ। ਖਿਆਲ ਨਾਲ ਸੁਣਿਓ, ਪਰ ਤੱਤ ਜਿਹੜਾ ਆਪਣਾ ਸੁਭਾਅ ਬਦਲ ਜਾਂਦੇ ਆ। ਕਿਉਂ ਬਦਲ ਜਾਂਦੇ? ਮੈਂ ਨਹੀਂ ਕਹਿ ਰਿਹਾ ਕੋਲ ਤੋਂ, ਚਲੋ ਸਾਇੰਸ ਨੂੰ ਵੀ ਛੱਡਦੇ ਹੋ। ਗੁਰੂ ਗ੍ਰੰਥ ਸਾਹਿਬ ਮੰਨਦੇ ਆ। ਗੁਰੂ ਗ੍ਰੰਥ ਸਾਹਿਬ ਕਦੋਂ? ਜਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਰਾਜਾ ਰਾਮ ਮਾਇਆ ਫੇਰੀ। ਮਾਇਆ ਫੇਰਨਾ ਕੀ ਹੁੰਦਾ? ਸੁਭਾਅ ਬਦਲ ਜਾਣਾ, ਫਿਰ ਜਾਣਾ। ਜਿਹੜਾ ਸੁਭਾਅ ਉਹਦਾ ਉਹਨੂੰ ਛੱਡ ਦਿੱਤਾ, ਮਾਇਆ ਫਿਰ ਗਈ। ਹੋ ਸਕਦਾ ਤੇ ਹੁੰਦਾ ਆਇਆ, ਉਹ ਵੱਖਰੀ ਗੱਲ। ਉੱਥੇ ਸਿਚੁਏਸ਼ਨ ਕੀ ਹੈ, ਉਹਦੇ ਕਾਰਨ ਕੀ ਨੇ। ਇਸ ਲਈ ਗੁਰੂ ਰਹਿਮਤ ਕਰੇ ਸਾਨੂੰ ਸਮਝ ਆਦਾ ਹੈ। ਕਾਰਨ ਸਮਰੱਥ ਸੋ ਭਾਈ ਸੱਚਾ। ਉਹ ਮਾਲਕ ਪਰਮਾਤਮਾ ਜਿਹੜਾ ਸੱਚਾ, ਉਹ ਸੱਚੇ ਦੀ ਸੱਚੀ ਸੋਏ, ਉਹਦੀ ਵਡਿਆਈ ਤੇ ਉਹਦੀ ਸੋਏ, ਉਹਦੀ ਆਵਾਜ਼, ਉਹਦੇ ਬੋਲ ਵੀ ਸੱਚੇ ਨੇ। ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਏ। ਸਾਹਿਬ ਕਹਿੰਦੇ ਐਸੇ ਪ੍ਰਭੂ ਨੂੰ ਸਿਮਰੀਏ ਨਾ, ਮਨ ਤੇ ਤਨ ਸੀਤਲ ਹੋ ਜਾਂਦੇ ਹੈ। ਮਨ ਸੀਤਲ ਹੋ ਗਿਆ ਤੇ ਤਨ ਆਪਣੇ ਆਪ ਸੀਤਲ ਹੋ ਜਾਏਗਾ। ਤਨ ਸੀਤਲ ਕਰ ਲਿਆ, ਤਨ ਨੇ ਮਨ ਨੂੰ ਸੀਤਲ ਨਹੀਂ ਕਰਨਾ। ਹੁਣ ਮਨ ਸੀਤਲ ਹੁੰਦਾ ਕਿੱਦਾਂ? ਪ੍ਰਭੂ ਨੂੰ ਧਿਆਨ ਕੇ। ਤੇ ਪ੍ਰਭੂ ਧਿਆਨ ਤੋਂ ਦੁਨੀਆ ਟੁੱਟ ਗਈ। ਆਓ ਉਸ ਘਟਨਾ ਵੱਲ ਤੁਹਾਨੂੰ ਲੈ ਕੇ ਚੱਲਾਂ। ਇਸੇ ਪੰਗਤੀ ਤੇ ਰੋਕੇ ਸੁਲਤਾਨਪੁਰ ਸਾਹਿਬ ਹੈ ਨਾ, ਜਿਹੜਾ ਬੜੇ ਖਿਆਲ ਨਾਲ ਸੁਣਿਆ। ਇੱਕ ਚੈਨਾ ਦਾ ਲਿਖਾਰੀ ਹੋਇਆ, ਉਹਦਾ ਨਾਮ ਹੈ ਯਈਏ ਨਾਲ ਜੁਆਨ ਚੁਆਨ ਇਹ ਨਾਮ ਹੈ ਉਹਦਾ। ਉਹਨੇ ਬਹੁਤ ਵੱਡੀ ਕਿਤਾਬ ਲਿਖੀ ਹੈ। ਉਹਦਾ ਅਨੁਵਾਦ ਕਰਕੇ ਕਿਸੇ ਨੇ ਉਹਦੇ 4 ਸ਼ਬਦ ਸਾਂਝੇ ਕੀਤੇ ਨੇ। ਇੱਕ ਪਾਗਣੀ ਦਾ ਨਾਮ ਤੇ ਤੁਸੀਂ ਸੁਣਿਆ ਹੋਵੇਗਾ, ਉਹਦੀ ਕਿਤਾਬ ਸੀ, ਉਹਦੇ ਬੋਲ ਸੀ, ਉਹਨੂੰ ਅਸ਼ਟਾਧਿਆਈ ਵੀ ਕਹਿੰਦੇ। ਜਦੋਂ ਉਹਨੂੰ ਪੜ੍ਹੋਗੇ ਨਾ, ਮੈਂ ਤੁਹਾਨੂੰ ਉਹਦੀ ਬੇਨਤੀ ਇਹ ਨਹੀਂ ਕਰਨੀ, ਖਿਆਲ ਨਾਲ ਸੁਣਿਓ। ਜਿੱਥੋਂ ਦੁਨੀਆ ਨੂੰ ਸੀਤਲ ਕਰਨ ਵਾਸਤੇ ਚੱਲੇ, ਆਪਾਂ ਇਸੇ ਪੰਕਤੀ ਨੂੰ ਸਮਝਣਾ, ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਏ। ਕਿਉਂ ਤੁਰੇ ਭਾਗ ਵਾਸਤੇ? ਆਪਾਂ ਨੂੰ ਅੱਗੇ ਸਮਝਾਂਗੇ। 269 ਤੋਂ ਲੈ ਕੇ 336 ਤੱਕ, ਈਸਵੀ ਪੂਰਵ 269 ਤੋਂ 326 ਤੱਕ ਸੁਲਤਾਨਪੁਰ ਤੇ ਬੋਧੀਆਂ ਦਾ ਕਬਜ਼ਾ ਰਿਹਾ, ਬੁੱਧਿਸਟ ਰਹੇ। 7ਵੀਂ ਸਦੀ ਤੱਕ। ਔਰ ਯਾਦ ਰੱਖਿਓ, ਜਦੋਂ ਅਸ਼ੋਕ ਸਮਾਟ ਤੁਸੀਂ ਜਾਣਦੇ ਹੋ ਵਧੀ ਹੋ ਜਾਂਦਾ, ਉਹ ਫਿਰ ਇੱਥੇ ਇੱਕ ਬਹੁਤ ਵੱਡਾ ਸਤੂਪ ਬਣਾਉਂਦਾ ਬੋਧੀਆਂ ਦਾ। ਸੁਲਤਾਨਪੁਰ ਬੋਧੀਆਂ ਦਾ ਸਤੂਪ। ਤੇ ਕੀ ਕਰਦਾ? 200 ਫੁੱਟ ਉੱਚਾ ਸੀ, ਜਿਹੜਾ ਬਹੁਤ ਟਾਈਮ ਤੱਕ ਰਿਹਾ। ਅਗਲੀ ਗੱਲ ਆਪਾਂ ਅੱਗੇ ਕਰਾਂਗੇ। ਇਹ 7ਵੀਂ ਸਦੀ ਤੱਕ ਨਾ, 269 ਤੋਂ 326 ਤੱਕ। ਇਹ ਉਹ ਤੋਂ ਬਾਅਦ 7ਵੀਂ ਸਦੀ ਤੱਕ ਇਹਨੂੰ ਫਿਰ ਕੀ ਕੀਤਾ? ਜਦੋਂ ਬੁੱਧ ਧਰਮ ਹਿੰਦੁਸਤਾਨ ਤੋਂ ਖਤਮ ਹੁੰਦਾ ਹੈ, ਤੇ ਇਹ ਤੋਂ ਬਾਅਦ ਫਿਰ ਸਾਧ ਸੰਗਤ ਜੀ ਇਹਨਾਂ ਦੇ ਸਾਰੇ ਜਿਹੜੇ ਉਹ ਸਤੂਪ ਨੇ, ਜਿਹੜੇ ਬੋਧੀਆਂ ਦੇ ਮੱਠ ਨੇ, ਉਹਨਾਂ ਨੂੰ ਜਲਾ ਦਿੱਤਾ ਜਾਂਦਾ। ਇਸ ਸ਼ਹਿਰ ਨੂੰ ਅੱਗ ਲਾਈ ਗਈ। ਜਦੋਂ ਜਲਾਏ ਗਏ ਨਾ, ਤੁਸੀਂ ਅਜੇ ਤੱਕ ਚਲੋ ਹੁਣ ਤੇ ਸਮਾਂ ਬਹੁਤ ਥੋੜ੍ਹਾ ਹੋਰ ਐਡਵਾਂਸ ਹੋ ਗਿਆ। ਅੱਜ ਤੋਂ 30 ਕੁ ਸਾਲ ਪਹਿਲਾਂ ਵੀ ਜਦੋਂ ਛੋਟੇ ਹੁੰਦਿਆਂ ਕਦੇ ਉੱਥੇ ਦਰਸ਼ਨ ਕਰਨੇ, ਤੇ ਵਾਕਿਆ ਹੀ ਕੁਝ ਇਲਾਕੇ ਵਿੱਚ ਤੁਸੀਂ ਦੇਖੋਗੇ ਡੂੰਘਾ ਮਿੱਟੀ ਕਿਸੇ ਨੇ ਪੁੱਟਣੀ, ਤੇ ਉੱਥੇ ਸੁਆਹਾ, ਤੇ ਉੱਥੇ ਕੋਈ ਪੁਰਾਣੀਆਂ ਚੀਜ਼ਾਂ ਲੱਭਣ। ਤੇ ਉਦੋਂ ਇਹ ਲੱਗਦਾ ਹੁੰਦਾ ਸੀ, ਕਿਉਂਕਿ ਬਹੁਤੀ ਜਾਣਕਾਰੀ ਨਹੀਂ ਹੁੰਦੀ, ਵੀ ਸ਼ਾਇਦ ਜੀ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਦੀਆਂ ਨਹੀਂ, ਇਹ ਬੋਧੀਆਂ ਦੇ ਟਾਈਮ ਦੀਆਂ, ਜਦੋਂ 7ਵੀਂ ਸਦੀ 'ਚ
ਇਹ ਸ਼ਹਿਰ ਨੂੰ ਅੱਗ ਲਾ ਕੇ ਸਾੜਿਆ ਗਿਆ। ਪੁਰਾਣੇ ਟਾਈਮ ਦੇ ਤਰੀਕੇ ਹੁੰਦੇ ਸੀ, ਬਹੁਤਾ ਪਿੱਛੇ ਨਾ ਜਾਓ। 1746 ਚ ਕਾਹਨੂੰ ਆ ਕੇ ਸ਼ਾਮ ਨੂੰ ਅੱਗ ਹੀ ਲਾਈ ਸੀ ਜਦੋਂ ਛੋਟਾ ਘੱਲੂਘਾਰਾ ਹੁੰਦਾ ਸਾੜਨ ਵਾਸਤੇ। ਜਦੋਂ ਇਹ ਤੋਂ ਬਾਅਦ ਫਿਰ ਇੱਥੇ ਮੁਗਲ ਸ਼ਾਸਕ ਆ ਜਾਂਦੇ, ਬੜਾ ਲੰਮਾ ਚੌੜਾ ਇਹਦਾ ਇਤਿਹਾਸ ਹੈ। ਮਹਿਮੂਦ ਗਜ਼ਨਵੀ ਆਉਂਦਾ, ਪਹਿਲੀ ਵਾਰੀ ਆ ਕੇ ਉਹ ਇੱਥੇ ਕਬਜ਼ਾ ਕਰਦਾ ਹੈ। ਉਹ ਤੋਂ ਬਾਅਦ ਸਮਾਂ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਚੱਲਦੇ ਰਹਿਣ ਤੋਂ ਬਾਅਦ ਸਦੀ ਆ ਜਾਂਦੀ 14ਵੀਂ। ਇੱਕ ਅਫਗਾਨੀ ਸਰਦਾਰ ਸੀ, ਇਹ ਯਾਦ ਰੱਖਿਓ, ਜਿਹਦਾ ਨਾਮ ਆਪਾਂ ਦੌਲਤ ਖਾਂ ਕਹਿੰਦੇ ਹਾਂ। ਅਫਗਾਨੀ ਜਰਨੈਲ ਸੀ ਇੱਕ, ਦੌਲਤ ਖਾਂ। ਤੇ ਇਹਦਾ ਜਿਹੜਾ ਪਿਛੋਕੜ ਹੈ ਇਹ ਲੋਧੀਆਂ ਨਾਲ ਜੁੜਿਆ ਹੋਇਆ। ਇਹਨੂੰ ਕੀ ਕੀਤਾ ਹੈ, ਇੱਧਰਲੇ ਪਾਸਿਓਂ ਜਲੰਧਰ ਦਾ ਇਹਨੂੰ ਮਾਲਕ ਬਣਾ ਦਿੱਤਾ ਗਿਆ। ਜਿਵੇਂ ਹੁਣ ਦੇਸ਼ ਦੇ ਮਾਲਕ ਨੇ, ਕੋਈ ਡਿਕਟੇਟਰ ਹੈ ਚਾਹੇ ਡੈਮੋਕ੍ਰੇਸੀ ਹੈ, ਉਹਦੀ ਇੱਕ ਕੈਪੀਟਲ ਹੁੰਦੀ ਹੈ। ਜਿਵੇਂ ਹਿੰਦੁਸਤਾਨ ਦੀ ਰਾਜਧਾਨੀ ਆਗਰਾ ਰਹੀ, ਤੁਸੀਂ ਜਾਣਦੇ ਹੋ। ਅੰਗਰੇਜ਼ ਇਹਨੂੰ ਕਲਕੱਤੇ ਤੋਂ ਫਿਰ ਦਿੱਲੀ ਲੈ ਕੇ ਆਏ, ਕਲਕੱਤਾ ਰਾਜਧਾਨੀ ਸੀ, ਦਿੱਲੀ ਲਿਆਂਦਾ ਗਿਆ। ਇੱਦਾਂ ਹੀ ਸੁਲਤਾਨਪੁਰ ਇੱਕ ਤਰੀਕੇ ਦੀ ਰਾਜਧਾਨੀ ਹੈ ਇਹ ਸਾਰੀ ਰਿਆਸਤ ਦੀ। ਤੇ ਬਹੁਤ ਵੱਡਾ ਬਾਜ਼ਾਰ ਹੈ, 32 ਬਾਜ਼ਾਰ ਹੁੰਦੇ ਸੀ, 32 ਬਾਜ਼ਾਰ। 15ਵੀਂ ਸਦੀ ਦੀ ਬੇਨਤੀ ਕਰ ਰਹੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਜਪ ਪਾਉਂਦੇ ਨੇ, ਕਿਉਂਕਿ ਆਪਣਾ ਕਨਸੈਪਟ ਮੇਨ ਉੱਥੋਂ ਜਿਹੜੀ ਗੱਲ ਆਪਣੇ ਪਕੜ ਚ ਆਉਣੀ, ਮਨ ਤਨਸੀਕਲ ਹੋਏ। ਜਦੋਂ ਇਹ ਫਿਰ ਦੌਲਤ ਖਾਂ ਲੋਧੀ ਨੂੰ ਇੱਥੇ ਰਾਜ ਕਰਦਾ ਹੈ ਨਾ, ਇਹਨੂੰ ਇੱਥੋਂ ਦਾ ਮੁਖੀਆ ਬਣਾ ਦਿੱਤਾ ਜਾਂਦਾ ਹੈ। ਕੌਣ ਬਣਾਉਂਦੇ ਨੇ, ਯਾਦ ਰੱਖਿਆ ਨੇ, ਪੂਰੇ ਦੇਸ਼ ਦੇ ਸ਼ਾਸਕ ਕਰਨ ਵਾਲੇ। ਪਹਿਲਾਂ ਇਹ ਜਲੰਧਰ ਦੀ ਰਿਆਸਤ ਦਾ ਨਵਾਬ ਹੈ, ਤਾਂ ਆਪਾਂ ਨੂੰ ਨਵਾਬ ਦੌਲਤ ਖਾਂ ਲੋਧੀ ਕਹਿੰਦੇ ਹਾਂ। ਇਹ ਸੁਲਤਾਨ ਖਾਂ ਉਹ ਇਹਨੂੰ ਇੱਥੋਂ ਦਾ ਮਾਲਕ ਬਣਾਉਂਦਾ। ਉਹ ਤੋਂ ਬਾਅਦ ਇਹਦਾ ਨਾਮ ਬਦਲ ਕੇ ਫਿਰ ਸੁਲਤਾਨ ਦੀ ਪੁਰੀ ਤੇ ਲੋਧੀਆਂ ਦਾ ਰਾਜ ਹੋਣ ਕਰਕੇ ਸੁਲਤਾਨ ਤੋਂ ਲੋਧੀ ਹੋ ਗਏ। ਜਦੋਂ ਫਿਰ ਸਾਧ ਸੰਗਤ ਦੀ ਦੌਲਤ ਖਾਂ ਇੱਥੇ ਰਾਜ ਕਰਦਾ ਹੈ, ਉਹਦੀ ਨਵਾਬੀ ਬੜੀ ਚੰਗੀ, ਉਹਦਾ ਸੁਭਾਅ ਬੜਾ ਚੰਗਾ ਹੈ। ਇਹ ਇਲਾਕਾ ਬੜਾ ਅਮੀਰ ਜਰਖੇਜ਼ ਤੇ ਰਿਆਸਤ ਬੜੀ ਵੱਡੀ ਸੀ ਉਹਨਾਂ ਟਾਈਮਾਂ। ਜਦੋਂ ਇਹ ਸਮਾਂ ਬੀਤਿਆ, ਇੱਥੇ ਉਹ ਤੁਸੀਂ ਜਾਣਦੇ ਹੋ ਦੌਲਤ ਖਾਂ ਲੋਧੀ ਹੈ ਜਿਹੜਾ, ਇਹਦੇ ਕੋਲ ਨੌਕਰੀ ਕਰਦਾ ਹੈ ਭਾਈਆ ਜੈ ਰਾਮ। ਔਰ ਦੌਲਤ ਖਾਂ ਦੀ ਜਿਹੜੀ ਸ਼ਾਦੀ ਹੈ ਨਾ, ਰਾਏ ਬੁਲਾਰ, ਖਿਆਲ ਨਾਲ ਸੁਣਨਾ, ਹਿੰਦੂ ਪਰਿਵਾਰਾਂ ਤੋਂ ਸੀ। ਰਾਏ ਬੁਲਾਰ ਦਾ ਪਿਤਾ ਰਾਏ ਬੁਲਾਰ ਤੇ ਰਾਏ ਭੋਏ। ਰਾਏ ਭੋਏ ਨੂੰ ਜਦੋਂ ਇਹਨਾਂ ਨੇ ਵੇਖਿਆ, ਮੁਗਲਾਂ ਨੇ, ਜਿਹੜੇ ਵੀ ਹਿੰਦੂ, ਜਿਹੜੇ ਮੁਸਲਮਾਨ ਨਾ ਸੀ ਹੁੰਦੇ, ਉਹਨਾਂ ਨੂੰ ਮਾਰ ਦਿੰਦੇ ਸੀ, ਜਿਹੜੇ ਹੋ ਜਾਂਦੇ ਸੀ ਜ਼ਮੀਨਾਂ ਦੇ ਦਿੰਦੇ ਸੀ। ਇਹ ਅਕਸਰ ਚੱਲਦਾ ਦੇਸ਼ਾਂ ਵਿੱਚ। ਜਿਹਦਾ ਰਾਜ ਹੋ ਜਾਏ ਉਹ ਚਾਹੁੰਦਾ ਮੇਰਾ ਧਰਮ ਹੋਵੇ, ਪਰ ਧਰਮ ਨਹੀਂ ਸਿਖਾਉਂਦਾ। ਜਦੋਂ ਇੱਦਾਂ ਹੋਇਆ ਤੇ ਰਾਏ ਬੁਲਾਰ ਦਾ ਜਿਹੜਾ ਦਾਦਾ ਹੈ, ਉਹਨੇ ਫਿਰ ਇਸਲਾਮ ਛੱਡ ਕੇ, ਹਿੰਦੂ ਛੱਡ ਕੇ, ਉਹ ਆਪਾਂ ਕਹੀਏ ਮੁਸਲਮਾਨ ਹੋ ਗਿਆ, ਭੱਟੀ ਰਾਜਪੂਤ ਸੀ। ਤੇ ਫਿਰ ਉਦੋਂ ਬਾਅਦ ਇਹਨਾਂ ਨੂੰ ਜ਼ਮੀਨ ਮਿਲੀ, ਨਵਾਬੀ ਮਿਲ ਗਈ। ਤੇ ਰਾਏ ਬੁਲਾਰ ਫਿਰ ਜਦੋਂ, ਇਹਦੀ ਇੱਕ ਬੇਟੀ ਹੈ ਇਕੱਲੀ, ਪਹਿਲਾਂ ਆਪਾਂ ਬਾਕੀ ਇਤਿਹਾਸ ਛੱਡ ਕੇ ਸਮਝਣ ਲੱਗੇ, ਇਹਦੀ ਬੇਟੀ ਦੀ ਸ਼ਾਦੀ ਦੌਲਤ ਖਾਂ ਨਵਾਬ ਨਾਲ ਹੁੰਦੀ ਹੈ। ਤੇ ਦੌਲਤ ਖਾਂ ਹੁਣ ਰਾਏ ਬੁਲਾਰ ਦਾ ਨਵਾਬ ਹੋ ਗਿਆ। ਤੇ ਦੌਲਤ ਖਾਂ ਰਾਏ ਬੁਲਾਰ ਦਾ ਨਵਾਬ ਹੋਣ ਕਰਕੇ ਉਹਦਾ ਤਲਵੰਡੀ ਜਾਣਾ ਸੁਭਾਅ ਸੀ। ਨਨਕਾਣਾ ਸਾਹਿਬ ਦੀ ਨੂੰ ਆਪਾਂ ਕਹਿੰਦੇ ਤਲਵੰਡੀ ਜਾਣ ਕਰਕੇ ਮਹਿਤਾ ਕਲਿਆਣ ਦਾਸ ਜੀ ਨਾਲ, ਮਹਿਤਾ ਕਾਲੂ ਜੀ ਨਾਲ ਰਾਏ ਬੁਲਾਰ ਦੀ ਇੱਕੋ ਗੱਲ ਸੀ। ਕਿਉਂਕਿ ਪਿੱਛੋਂ ਰਾਏ ਬੁਲਾਰ ਦਾ ਪਰਿਵਾਰ ਵੀ ਪੱਠੇ ਵਿੱਚ ਪਿੰਡ ਤੋਂ ਗਿਆ। ਪੱਠੇ ਵਿੱਚ ਪਿੰਡ ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਨਸ਼ਹਿਰੇ ਤੋਂ ਇੱਧਰ ਜਾ ਕੇ ਤਰਨਤਾਰਨ ਸਾਹਿਬ ਕੋਲ, ਇੱਥੇ ਪਿੰਡ ਹੁੰਦਾ ਸੀ, ਅੱਜ ਨਹੀਂ ਹੋ। ਅਸਥਾਨ ਜ਼ਰੂਰ ਹੈ ਡੇਰਾ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੇ ਸਥਾਨ ਬਣਾਇਆ ਸੀ। ਗੁਰੂ ਨਾਨਕ ਸਾਹਿਬ ਦੇ ਪੁਰਖਿਆਂ ਦਾ ਪਿੰਡ, ਪਿਛਲਾ ਪਿੰਡ ਤਰਨਤਾਰਨ ਸਾਹਿਬ ਕੋਲੇ ਹੈ। ਤੇ ਉੱਥੇ ਨਾਮ ਹੈ, ਜੋ ਤੁਸੀਂ ਵੇਖੋਗੇ ਉੱਥੇ ਉਸ ਪਿੰਡ ਵਿੱਚ ਹੀ ਰਾਏ ਬੁਲਾਰ ਦੇ ਪਿਛੋਕੜਿਆਂ ਦਾ ਪਿੰਡ ਸੀ। ਤੇ ਜਦੋਂ ਸਾਧ ਸੰਗਤ ਜੀ ਇਹ ਸਮਾਂ ਬੀਤਿਆ, ਰਾਏ ਬੁਲਾਰ ਦੇ ਕਹਿਣ ਤੇ ਕੀ ਕੀਤਾ, ਮਹਿਤਾ ਕਲਿਆਣ ਦਾਸ ਜੀ ਨੇ ਬੇਬੇ ਨਾਨਕੀ ਦੀ ਸ਼ਾਦੀ ਦੌਲਤ ਖਾਂ ਦੇ ਕੋਲ ਅਕਾਊਂਟੈਂਟ ਦਾ ਕੰਮ ਕਰਨ ਵਾਲੇ ਭਾਈਆ ਜੈ ਰਾਮ ਜੀ ਨਾਲ ਕਰ ਦਿੱਤੀ। ਸ਼ਾਦੀ ਹੈ ਜਿਹੜੀ, ਯਾਦ ਰੱਖਿਓ, ਰਾਏ ਬੁਲਾਰ ਦੀ ਬੇਟੀ ਨੇ ਕਰਵਾਈ ਹੈ। ਜਦੋਂ ਭੈਣ ਦੀ ਸ਼ਾਦੀ ਹੋ ਗਈ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇਹ ਕੁਦਰਤੀ ਹੈ, ਭਾਈਆ ਜੈ ਰਾਮ ਦੇ ਨਾਲ ਤੇ ਬੈਠਣਾ ਹੀ ਬੈਠਣਾ, ਕਦੇ ਉਹਨਾਂ ਦਾ ਦੌਲਤ ਖਾਂ ਨਾਲ ਵੀ ਬੈਠਣਾ ਹੋਇਆ। ਇਹ ਦੌਲਤ ਖਾਂ ਜਿਹੜੇ ਬੰਦੇ ਸਿਆਣੇ ਹੁੰਦੇ ਨੇ ਨਾ, ਉਹਨਾਂ ਨੇ ਵੇਖਿਆ ਵੀ ਬੜੀ ਭਲੀ ਰੂਹ ਹੈ, ਵਾਕਈ ਕੋਈ ਅੱਲਾ ਦਾ ਪਿਆਰਾ ਹੈ। ਤੇ ਸਾਧ ਸੰਗਤ ਜੀ ਇੱਧਰੋਂ ਬਣ ਗਿਆ ਸਵੱਬ। ਕੀ ਕੀਤਾ, ਸਵੱਬ ਬਣ ਗਿਆ। ਤੇ ਜਿਹੜਾ ਮੋਦੀ ਹੈ ਨਾ, ਉਹਨੂੰ ਹਟਾ ਦਿੱਤਾ ਗਿਆ। ਹਟਿਆ ਨਹੀਂ, ਹਟਾ ਦਿੱਤਾ। ਕਿਉਂ? ਮੋਦੀ ਕਿਹਨੂੰ ਕਹਿੰਦੇ ਨੇ? ਮੋਦੀ ਕੇ ਅਸਤ ਕੇ
ਮੋਦੀ ਉਹ ਹੈ ਜਿਹੜਾ ਭੰਡਾਰ ਹੈ ਧਨ ਦਾ, ਉਹਦੀ ਸੰਭਾਲ ਕਰਦਾ ਹੈ। ਵਾਕਈ ਇਹਦੇ 'ਚ ਕੋਈ ਦੋਰਾਵਾ ਨਹੀਂ ਹੈ। ਮੋਦੀ ਨੂੰ ਤੁਸੀਂ ਅਜੋਕੇ ਸਮੇਂ ਦਾ ਉਹਦੀ ਰਿਆਸਤ ਦਾ ਫਾਈਨੈਂਸ਼ੀਅਲ ਮਿਨਿਸਟਰ ਕਹਿ ਸਕਦੇ ਹੋ, ਜਿਹੜਾ ਪੂਰਾ ਆਰਥਿਕ ਢਾਂਚਾ ਸੰਭਾਲਦਾ ਹੈ। ਉਹਦੇ ਥੱਲੇ ਬੰਦੇ ਕੰਮ ਕਰਦੇ ਆ। ਇਹਦਾ ਮਤਲਬ ਉਤਲਾ ਰੁਤਬਾ ਗੁਰੂ ਨਾਨਕ ਸਾਹਿਬ ਕੋਲੇ ਲੱਗੇ। ਮੋਦੀ ਨੇ ਛੱਡਾਂਗੇ ਨਹੀਂ, ਕੱਟਾਂਗੇ ਨਹੀਂ, ਇਹ ਨਹੀਂ ਕਹਾਂਗੇ ਵੀ ਨਹੀਂ ਮੋਦੀ ਨਹੀਂ ਲੱਗੇ ਜੀ, ਇੱਦਾਂ ਨਹੀਂ ਹੋ ਜਾਂਦੀ, ਟੱਕੜੀ ਨਹੀਂ ਤੋਲੀ। ਇਹ ਤਾਂ ਛੋਟੀਆਂ ਗੱਲਾਂ ਨੇ ਬੱਚਿਆਂ ਦੀ, ਕਾਰਨ ਬਣਦੇ ਨੇ ਸਮਝੇ। ਜਦੋਂ ਮੋਦੀ ਦੀ ਨੌਕਰੀ ਲਈ ਕੋਈ ਅਹੁਦਾ ਖਾਲੀ ਹੋਇਆ ਤੇ ਕਰਦੇ ਕੀ ਸੀ ਮੋਦੀ, ਸੁਣਿਓ ਕਦੇ? ਉਹਨਾਂ ਟਾਈਮਾਂ ਵਿੱਚ ਤੁਸੀਂ ਜਾਣਦੇ ਹੋ ਅੱਜ ਵਰਗੇ ਕੰਡੇ ਤੇ ਹੁੰਦੇ ਨਹੀਂ ਸੀ। ਕਿੰਨੇ ਬਜ਼ੁਰਗਾਂ ਨੇ ਪੱਥਰ ਦੇ ਜਿਹੜੇ ਵੱਟੇ ਵੇਖੇ ਹੋਣਗੇ, ਦੂਜੀ ਵੱਟੇ ਦੇ ਕੱਲ੍ਹ ਆਏ। ਮੋਦੀ ਕੀ ਕਰਦਾ ਸੀ, ਰਸਦ ਲੈਣੀ ਹੈ ਉਦੋਂ ਹੋਰ ਵੱਟੇ ਨਾਲ ਲੈਣੀ ਹੈ, ਜਦੋਂ ਤੋਲ ਕੇ ਦੇਣਾ ਉਦੋਂ ਹੋਰ ਵੱਟਾ। ਸਮਝ ਗਏ ਗੱਲ? ਮੰਨ ਲਓ ਕਿਸੇ ਕੋਲੋਂ 5 ਕਿਲੋ ਚੀਜ਼ ਲੈਣੀ, ਉਦੋਂ 5 ਕਿਲੋ ਵਾਲਾ ਵੱਟਾ ਹੋਰ ਹੈ, ਉਦੋਂ ਮਤਲਬ ਵੱਧ ਵਾਲਾ ਵੱਟਾ 5 ਦੀ ਬਾਅਦ 5.5 ਲੈਣਾ, ਤੇ ਜੋਖਣੀ ਪਾਉਂਦੀ ਹੈ। ਅੱਜ ਮੰਡੀਆਂ 'ਚ ਹੋ ਜਾਂਦਾ ਜ਼ਿਮੀਂਦਾਰਾਂ ਨਾਲ। ਤੇ ਜਦੋਂ ਚੀਜ਼ ਕਿਸੇ ਨੂੰ ਦੇਣੀ ਹੈ ਰਸਦ, ਉਹ ਵੱਟਾ ਹੋਰ ਹੈ, ਉਦੋਂ 4.5 ਹੀ ਦੇਣੀ ਹੈ। ਤੇ ਵੇਖੋ ਤੁਸੀਂ 5 ਕਿਲੋ ਪਿੱਛੇ ਕਿਲੋ ਵੱਧ ਗਏ। ਇੱਦਾਂ ਕਰਨਾ ਮੋਦੀ ਨੇ। ਜਿਹੜਾ 2-3 ਸਾਲ ਮੋਦੀ ਰਹਿ ਜਾਂਦਾ ਸੀ ਨਾ, ਤੁਸੀਂ ਭੁਲੇਖੇ 'ਚ ਨਾ ਰਹੋ। ਐਵੇਂ ਦੁਨੀਆ ਘਬਰਾ ਜਾਂਦੀ। ਕੌਣ ਕਹਿੰਦਾ ਭ੍ਰਿਸ਼ਟਾਚਾਰ ਆ ਗਿਆ ਦੁਨੀਆ ਨੂੰ? ਬਿਲਕੁਲ ਨਹੀਂ। ਜਿੱਦੇ ਦਾ ਇਨਸਾਨ ਪੈਦਾ ਹੋਇਆ ਨਾ, ਮਾਤਰਾ ਵੱਧਦੀ ਘਟਦੀ ਰਹਿੰਦੀ ਹੈ, ਕਿਉਂਕਿ ਬੰਦੇ ਦੀ ਸੋਚ ਭ੍ਰਿਸ਼ਟ ਹੁੰਦੀ ਹੈ, ਕੋਈ ਯੁੱਗ ਭ੍ਰਿਸ਼ਟ ਨਹੀਂ ਹੁੰਦਾ। ਯਾਦ ਰੱਖੋ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੁਸੀਂ ਅੱਜ ਸੱਤ ਨਾਲ ਜੁੜੇ ਹੋ, ਪ੍ਰਭੂ ਨਾਲ ਜੁੜੇ ਹੋ, ਤੇ ਸਤਿਯੁਗ ਵਿੱਚ ਜਿਉ ਰਹੇ ਹੋ। ਯਾਦ ਰੱਖਿਆ। ਖੈਰ, ਜਦੋਂ ਇਸ ਤਰੀਕੇ ਨਾਲ ਜਿਹਨੇ ਮੋਦੀ ਲੱਗਣਾ, ਉਹਨੇ 2-3 ਸਾਲਾਂ ਵਿੱਚ ਇੰਨਾ ਪੜ੍ਹਾ ਜੋੜ ਲੈਣਾ, ਉਹਨੂੰ ਮੁੜ ਕੇ ਕੰਮ ਕਰਨ ਦੀ ਲੋੜ ਨਾ ਰਹੇ। ਜਦੋਂ ਇੱਦਾਂ ਮੋਦੀ ਗਿਆ ਨਾ, ਤੇ ਦੌਲਤ ਖਾਨ ਨੇ, ਹੁਣ ਜਿਹੜਾ ਮੇਨ ਵਜ਼ੀਰ ਹੈ ਨਾਲ ਅਕਾਊਂਟੈਂਟ ਹੈ, ਸਾਰਾ ਹਿਸਾਬ ਕਿਤਾਬ ਰੱਖਦਾ ਹੈ, ਦੌਲਤ ਖਾਨ ਨੇ ਭਾਈਆ ਜੈ ਰਾਮ ਨੂੰ ਕਿਹਾ, ਜੈ ਰਾਮ ਜੀ ਬੜਾ ਵੱਡਾ ਇਹ ਰੁਤਬਾ ਹੈ, ਕੋਈ ਜਲਦੀ ਕਰਕੇ ਮੋਦੀ ਲੱਭਿਆ ਜਾਏ। ਇੱਧਰੋਂ ਸਾਰੀਆਂ ਘਟਨਾਵਾਂ ਗੁਰੂ ਨਾਨਕ ਸਾਹਿਬ ਦੀਆਂ ਉਹ ਚੁੱਕੀਆਂ। ਮੈਂ ਕਰ ਮੇਰਾ ਤੁਹਾਡੇ ਚਰਨਾਂ 'ਚ ਬੇਨਤੀ ਹੈ, ਕੁਝ ਘਟਨਾਵਾਂ ਜਿਹੜੀਆਂ ਪਹਿਲੀ ਉਦਾਸੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਨਾਲ ਨਾਲ ਸ਼ਬਦ ਦੀ ਪ੍ਰਕਰਨ ਵਿੱਚ ਮਰਤਨ ਸੀਤਲ ਹੋਏ ਕਾਹਦੇ ਨਾਲ ਹੁੰਦਾ ਹੈ ਤੇ ਤਪਦਾ ਕਿਉਂ ਹੈ। ਇਹ ਸ਼ਬਦ ਦਾ ਮੂਲ ਸਾਰ ਸੀ ਕੱਲ੍ਹ ਦਾ। ਜਦੋਂ ਭਾਈਆ ਜੈ ਰਾਮ ਜੀ ਨੇ ਕਿਹਾ, ਕਹਿਣ ਲੱਗੇ ਜੇ ਤੁਸੀਂ ਕਹੋ ਤੇ ਮੈਂ ਆਪਣੇ ਰਿਸ਼ਤੇਦਾਰ ਭਾਗ ਗੁਰੂ ਨਾਨਕ ਸਾਹਿਬ ਦੇ ਪੁੱਛ ਲਵਾਂ। ਕਿ ਦੌਲਤ ਖਾਂ ਕਹਿੰਦਾ ਉਹ ਤੇ ਬੰਦਾ ਬੜਾ ਭਲਾ ਹੈ। ਅਰਦਾਸ ਦੇ ਪ੍ਰਾਰਥਨਾ ਸਰੋਤ ਵੇਖੋਗੇ ਉਹਦੇ ਬੰਦਾ ਬੜਾ ਭਲਾ ਹੈ, ਉਹ ਮੋਦੀ ਦੀ ਕੰਮ ਕਿੱਥੋਂ ਕਰ ਲਵੇ? ਤੇ ਭਾਈਆ ਜੈ ਰਾਮ ਨੇ ਕਿਹਾ ਭਲਾ ਬੰਦਾ ਹੀ ਉੱਚੇ ਰੁਤਬੇ ਤੇ ਚੰਗਾ ਲੱਗਦਾ, ਭਲਾ ਬੰਦਾ ਹੈ ਭਾਵ ਈਮਾਨ ਦਾ, ਬੜੀ ਚੰਗੀ ਗੱਲ ਹੋਏਗੀ। ਦੌਲਤ ਖਾਂ ਕਹਿੰਦਾ ਲੈ ਆਓ, ਜੇ ਚੱਲ ਗਿਆ ਜਿਹਨੂੰ ਆਪਾਂ ਕਹਿੰਦੇ ਜੇ ਕੰਮ ਕਰ ਸਕਿਆ ਤੇ ਆਪਾਂ ਰੱਖ ਲਵਾਂਗੇ। ਦੌਲਤ ਖਾਂ ਦੇ ਕਹਿਣ ਤੇ ਭਾਈਆ ਜੈ ਰਾਮ ਬੇਬੇ ਨਾਨਕੀ ਜਾ ਕੇ ਤਲਵੰਡੀ ਦੀ ਧਰਤੀ ਤੋਂ ਪਿਤਾ ਨਾਲ ਗੱਲ ਕਰਦੇ ਨੇ। ਮਹਿਤਾ ਕਲਿਆਣ ਦਾਸ ਜੀ ਨੂੰ ਮਲ ਰਸਨਾ ਅੰਮ੍ਰਿਤ ਪੀਆ